ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਇਤਿਹਾਸ ਦੀ ਗੱਲ ਦੇ ਵਿੱਚ। 20 ਜੁਲਾਈ 1905 ਨੂੰ ਭਾਰਤ ਦੇ ਸੈਕਟਰੀ ਆਫ ਸਟੇਟ ਦੁਆਰਾ ਲੰਡਨ ਵਿੱਚ ਧਾਰਮਿਕ ਲੀਹਾਂ ਦੇ ਨਾਲ ਬੰਗਾਲ ਦੀ ਪਹਿਲੀ ਵੰਡ ਨੂੰ ਮਨਜ਼ੂਰੀ ਦਿੱਤੀ ਗਈ ਸੀ। ਬੰਗਾਲ ਰਾਜ ਦੀ ਵੰਡ ਦੇ ਫੈਸਲੇ ਦਾ ਐਲਾਨ ਭਾਰਤ ਦੇ ਤਤਕਾਲੀ ਵਾਇਸਰੇ ਲਾਰਡ ਕਰਜ਼ਨ ਨੇ ਜੁਲਾਈ 1905 ਵਿੱਚ ਕੀਤਾ ਸੀ। ਇਹ ਵੰਡ ਅਕਤੂਬਰ 1905 ਵਿੱਚ ਲਾਗੂ ਹੋਈ ਅਤੇ ਪੂਰਬੀ ਬੰਗਾਲ ਦੀ ਮੁਸਲਿਮ ਬਹੁਗਿਣਤੀ ਨੂੰ ਰਾਜ ਦੇ ਪੱਛਮੀ ਹਿੱਸੇ ਦੀ ਹਿੰਦੂ ਬਹੁਗਿਣਤੀ ਤੋਂ ਵੰਡ ਦਿੱਤਾ ਸੀ। ਇਸ ਫੈਸਲੇ ਤੇ ਭਾਰਤੀ ਆਗੂ ਅੰਗਰੇਜ਼ਾਂ ਤੋਂ ਨਾਰਾਜ਼ ਸਨ ਅਤੇ ਅੰਗਰੇਜ਼ਾਂ ਦੀ ਇਸ ਨੀਤੀ ਨੂੰ ਪਾੜੋ ਅਤੇ ਰਾਜ ਕਰੋ ਦੀ ਨੀਤੀ ਕਿਹਾ ਗਿਆ ਸੀ। ਕਰਜ਼ਨ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਅਜਿਹਾ ਪ੍ਰਸ਼ਾਸਨ ਦੀ ਸੋਖ ਲਈ ਕੀਤਾ ਜਾ ਰਿਹਾ ਹੈ। ਬੰਗਾਲੀ ਹਿੰਦੂਆਂ ਜਿਨ੍ਹਾਂ ਨੇ ਵਪਾਰ ਅਤੇ ਪੇਂਡੂ ਖੇਤਰਾਂ ਵਿੱਚ ਮਜ਼ਬੂਤ ਪੈਰ ਰੱਖਿਆ ਸੀ, ਉਹਨਾਂ ਨੇ ਸ਼ਿਕਾਇਤ ਕੀਤੀ ਕਿ ਬੰਗਾਲ ਦੀ ਵੰਡ ਉਹਨਾਂ ਨੂੰ ਆਪਣੇ ਰਾਜ ਵਿੱਚ ਘੱਟ ਗਿਣਤੀ ਬਣਾ ਦੇਵੇਗੀ, ਜੋ ਆਖਿਰਕਾਰ ਬਿਹਾਰ ਅਤੇ ਉੜੀਸਾ ਵਿੱਚ ਸ਼ਾਮਲ ਹੋ ਜਾਵੇਗੀ। ਵੰਡ ਦੇ ਨਾਲ ਮੁਸਲਮਾਨਾਂ ਨੇ ਆਪਣੀਆਂ ਰਾਸ਼ਟਰ ਸੰਸਥਾਵਾਂ ਦੀ ਸਥਾਪਨਾ ਕੀਤੀ। ਹਾਲਾਂਕਿ ਬੰਗਾਲੀ ਹਿੰਦੂ ਇਸ ਵਿਵਸਥਾ ਤੋਂ ਨਾਖੁਸ਼ ਸਨ। 1911 ਵਿੱਚ ਬੰਗਾਲੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਗਾਲ ਨੂੰ ਦੁਬਾਰਾ ਮਿਲਾਇਆ ਗਿਆ ਸੀ, ਪਰ ਇਸ ਨਾਲ ਬੰਗਾਲੀ ਮੁਸਲਮਾਨਾਂ ਵਿੱਚ ਨਾਖੁਸ਼ੀ ਪੈਦਾ ਹੋਈ, ਜਿਨ੍ਹਾਂ ਨੂੰ ਰਾਜ ਦੀ ਵੰਡ ਦਾ ਫਾਇਦਾ ਹੋਇਆ ਸੀ। ਮੁਸਲਮਾਨਾਂ ਵਿੱਚ ਇਹ ਨਾਰਾਜ਼ਗੀ 1947 ਤੱਕ ਕਾਇਮ ਰਹੀ, ਜਦੋਂ ਤੱਕ ਬੰਗਾਲ ਰਾਜ ਦੀ ਮੁੜ ਵੰਡ ਨਹੀਂ ਹੋਈ। ਉਸ ਸਮੇਂ ਦੌਰਾਨ ਬੰਗਾਲ ਰਾਜ 1,99,000 ਵਰਗ ਮੀਲ ਵਿੱਚ ਫੈਲਿਆ ਹੋਇਆ ਸੀ, ਜਿਸ ਵਿੱਚ ਬਿਹਾਰ, ਉੜੀਸਾ ਅਤੇ ਅਸਾਮ ਦੇ ਖੇਤਰ ਸ਼ਾਮਲ ਸਨ। ਬੰਗਾਲ ਦੀ ਰਾਜਧਾਨੀ ਕਲਕੱਤਾ ਉਸ ਸਮੇਂ ਬ੍ਰਿਟਿਸ਼ ਭਾਰਤ ਦੀ ਵੀ ਰਾਜਧਾਨੀ ਸੀ। ਇਸ ਸਮੇਂ ਤੱਕ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਜ਼ਾਦੀ ਲਈ ਲੜਨਾ ਸ਼ੁਰੂ ਕਰ ਦਿੱਤਾ ਸੀ। ਲਾਰਡ ਕਰਜ਼ਨ ਨੇ ਸਮਝਿਆ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੱਖ ਕਰਦੇ ਬੰਗਾਲ ਦੀ ਵੰਡ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ। ਇਸ ਦੁਆਰਾ ਉਸਨੇ ਭਾਰਤੀ ਸੁਤੰਤਰਤਾ ਅੰਦੋਲਨ ਨੂੰ ਦਬਾਉਣ ਦੀ ਉਮੀਦ ਕੀਤੀ ਸੀ। ਵੰਡ ਦੇ ਪਹਿਲੇ ਵਿਚਾਰ ਦੀ ਘੋਸ਼ਣਾ ਜਨਵਰੀ 1904 ਵਿੱਚ ਕੀਤੀ ਗਈ ਸੀ, ਪਰ ਅਸਾਮ ਦੇ ਮੁੱਖ ਕਮਿਸ਼ਨਰ ਹੈਨਰੀ ਜੋਹਨ ਸਟੈਡਮੈਨ ਕਾਟਨ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ ਸੀ। ਬੰਗਾਲ ਦੀ ਵੰਡ 16 ਅਕਤੂਬਰ 1905 ਨੂੰ ਵਾਇਸਰਾਏ ਲਾਰਡ ਕਰਜ਼ਨ ਦੀ ਅਗਵਾਈ ਵਿੱਚ ਲਾਗੂ ਹੋਈ। ਬੰਗਾਲ ਪ੍ਰਾਂਤ ਨੂੰ ਹਿੰਦੂ ਬਹੁਗਿਣਤੀ ਬੰਗਾਲ ਅਤੇ ਮੁਸਲਿਮ ਬਹੁਗਿਣਤੀ ਪੂਰਬੀ ਬੰਗਾਲ ਅਤੇ ਅਸਾਮ ਵਿੱਚ ਇਸ ਦੀ ਰਾਜਧਾਨੀ ਢਾਕਾ ਵਿੱਚ ਵੰਡਿਆ ਗਿਆ ਸੀ। ਕਰਜ਼ਨ ਨੇ ਕਿਹਾ ਕਿ ਇਹ ਰਾਜ ਦਾ ਵੱਡਾ ਆਕਾਰ ਸੀ, ਜਿਸ ਕਾਰਨ ਬੰਗਾਲ ਦੀ ਵੰਡ ਹੋਈ ਸੀ। ਕਰਜ਼ਨ ਦਾ ਮੰਨਣਾ ਸੀ ਕਿ ਪੂਰਬੀ ਬੰਗਾਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ ਅਤੇ ਨਤੀਜੇ ਵਜੋਂ ਅਵਿਕਸਿਤ ਸੀ, ਜਿਸ ਕਾਰਨ ਵੰਡ ਇੱਕ ਚੰਗਾ ਵਿਚਾਰ ਸੀ। ਬੰਗਾਲ ਦੀ ਵੰਡ ਨੂੰ ਪੂਰਬੀ ਬੰਗਾਲ ਦੇ ਮੁਸਲਮਾਨਾਂ ਨੇ ਬਹੁਤ ਸਮਰਥਨ ਦਿੱਤਾ, ਜਿਨ੍ਹਾਂ ਨੇ ਪਾਇਆ ਕਿ ਵੰਡ ਨੇ ਉਹਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕੀਤੇ ਹਨ। ਬੰਗਾਲੀ ਮੁਸਲਮਾਨਾਂ ਦਾ ਮੰਨਣਾ ਸੀ ਕਿ ਉਹਨਾਂ ਦੀ ਮਾੜੀ ਮਾਲੀ ਹਾਲਤ ਇਸ ਲਈ ਹੈ ਕਿਉਂਕਿ ਜ਼ਿਆਦਾਤਰ ਕਾਰੋਬਾਰਾਂ ਤੇ ਹਿੰਦੂ ਵਪਾਰੀਆਂ ਤੇ ਜ਼ਿਮੀਂਦਾਰਾਂ ਦਾ ਦਬਦਬਾ ਸੀ, ਜਿਸ ਕਾਰਨ ਮੁਸਲਮਾਨਾਂ ਨੂੰ ਬਰਾਬਰ ਦੇ ਮੌਕੇ ਨਹੀਂ ਦਿੱਤੇ ਜਾਂਦੇ ਸਨ। ਵੰਡ ਤੋਂ ਪਹਿਲਾਂ ਜ਼ਿਆਦਾਤਰ ਕਾਰੋਬਾਰ, ਫੈਕਟਰੀਆਂ ਅਤੇ ਯੂਨੀਵਰਸਿਟੀਆਂ ਕੋਲਕਾਤਾ ਵਿੱਚ ਸਥਿਤ ਸਨ, ਜੋ ਰਾਜ ਦੇ ਦੂਜੇ ਹਿੱਸਿਆਂ, ਖਾਸ ਕਰਕੇ ਪੂਰਬੀ ਬੰਗਾਲ ਵਿੱਚ ਰਹਿਣ ਵਾਲੇ ਲੋਕਾਂ ਦੇ ਅਨੁਕੂਲ ਨਹੀਂ ਸਨ। ਵੰਡ ਤੋਂ ਬਾਅਦ ਪੂਰਬੀ ਬੰਗਾਲ ਨੇ ਤੇਜ਼ੀ ਨਾਲ ਵਿਕਾਸ ਕਰਨਾ ਸ਼ੁਰੂ ਕੀਤਾ ਅਤੇ ਕਈ ਮਹੱਤਵਪੂਰਨ ਇਮਾਰਤਾਂ ਸਥਾਪਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਕਰਜ਼ਨ ਹਾਲ ਸ਼ਾਮਲ ਸੀ। ਇਸ ਤੋਂ ਇਲਾਵਾ ਪੂਰਬੀ ਬੰਗਾਲ ਵਿੱਚ ਵੀ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਲਈ ਵਿਦਿਅਕ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਸੁਧਾਰ ਕੀਤਾ ਸੀ। ਹਿੰਦੂਆਂ ਨੇ ਸਾਰੀਆਂ ਵਿਦੇਸ਼ੀ ਵਸਤੂਆਂ ਦਾ ਬਾਈਕਾਟ ਕਰਕੇ ਭਾਰਤੀ ਰਾਸ਼ਟਰ ਕਾਂਗਰਸ ਦੀ ਅਗਵਾਈ ਵਾਲੇ ਸਵਦੇਸ਼ੀ ਅੰਦੋਲਨ ਦਾ ਸਮਰਥਨ ਕੀਤਾ। ਪੂਰਬੀ ਬੰਗਾਲ ਦੇ ਮੁਸਲਮਾਨ, ਜਿਨ੍ਹਾਂ ਨੇ ਆਖਰਕਾਰ ਬਿਹਤਰ ਸਿੱਖਿਆ ਅਤੇ ਰੋਜ਼ਗਾਰ ਤੱਕ ਪਹੁੰਚ ਪ੍ਰਾਪਤ ਕਰਕੇ ਇੱਕ ਬਿਹਤਰ ਜੀਵਨ ਪੱਧਰ ਪ੍ਰਾਪਤ ਕਰ ਲਿਆ ਸੀ, ਅੰਦੋਲਨ ਤੋਂ ਦੂਰ ਰਹੇ। ਇਸ ਰਾਜਨੀਤਿਕ ਵਿਦਰੋਹ ਦੇ ਕਾਰਨ ਬੰਗਾਲ ਨੂੰ ਅੰਤ ਵਿੱਚ 1911 ਵਿੱਚ ਦੁਬਾਰਾ ਮਿਲਾਇਆ ਗਿਆ। ਇਸ ਤੋਂ ਬਾਅਦ ਭਾਸ਼ਾਈ ਆਧਾਰ ਤੇ ਇੱਕ ਵੰਡ ਹੋਈ, ਜਿਸ ਵਿੱਚ ਹਿੰਦੀ, ਉੜੀਆ ਅਤੇ ਅਸਾਮੀ ਖੇਤਰਾਂ ਨੂੰ ਵੱਖਰੀਆਂ ਪ੍ਰਸ਼ਾਸਕੀ ਇਕਾਈਆਂ ਦੇ ਅਧੀਨ ਵੱਖ ਕੀਤਾ ਗਿਆ। ਉਸ ਸਾਲ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਵੀ ਕੋਲਕਾਤਾ ਤੋਂ ਨਵੀਂ ਦਿੱਲੀ ਭੇਜ ਦਿੱਤੀ ਗਈ ਸੀ। ਬੰਗਾਲ ਦੀ ਵੰਡ ਦਾ ਭਾਰਤ ਦੇ ਰਾਜਨੀਤਿਕ ਮਾਹੌਲ ਤੇ ਮਹੱਤਵਪੂਰਨ ਪ੍ਰਭਾਵ ਪਿਆ ਅਤੇ ਰਾਜ ਦੇ ਪੁਨਰ ਗਠਨ ਤੋਂ ਬਾਅਦ ਪੂਰਬੀ ਬੰਗਾਲੀ ਅਸੰਤੁਸ਼ਟ ਰਹਿਣ ਲੱਗ ਪਏ, ਜਿਸ ਕਾਰਨ ਬੰਗਾਲੀ ਮੁਸਲਮਾਨਾਂ ਵਿੱਚ ਇੱਕ ਮਜ਼ਬੂਤ ਰਾਜਨੀਤਿਕ ਦੂਰਦਰਸ਼ਤਾ ਪੈਦਾ ਹੋ ਗਈ। ਪੂਰਬੀ ਬੰਗਾਲੀਆਂ ਨੂੰ ਸ਼ਾਂਤ ਕਰਨ ਲਈ ਲਾਰਡ ਕਰਜ਼ਨ ਨੇ ਢਾਕਾ ਯੂਨੀਵਰਸਿਟੀ ਖੋਲ੍ਹੀ, ਜਿਸ ਦੀ ਪੱਛਮੀ ਬੰਗਾਲ ਦੇ ਹਿੰਦੂਆਂ ਦੁਆਰਾ ਸਖਤ ਆਲੋਚਨਾ ਕੀਤੀ ਗਈ ਸੀ। ਇਸ ਨਾਲ ਬੰਗਾਲ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਫਿਰਕੂ ਤਣਾਅ ਸ਼ੁਰੂ ਹੋ ਗਿਆ ਸੀ। ਬੰਗਾਲ ਨੂੰ ਅੰਤ ਵਿੱਚ 1947 ਵਿੱਚ ਭਾਰਤ ਦੀ ਵੰਡ ਦੇ ਹਿੱਸੇ ਵਜੋਂ ਧਾਰਮਿਕ ਲੀਹਾਂ ਤੇ ਵੰਡਿਆ ਗਿਆ ਸੀ। ਪੂਰਬੀ ਬੰਗਾਲ ਨੂੰ ਪੂਰਬੀ ਪਾਕਿਸਤਾਨ ਵਜੋਂ ਜਾਣਿਆ ਜਾਣ ਲੱਗਿਆ, ਜੋ ਬਾਅਦ ਵਿੱਚ ਪੱਛਮੀ ਪਾਕਿਸਤਾਨ ਨਾਲ ਆਜ਼ਾਦੀ ਦੀ ਲੜਾਈ ਤੋਂ ਬਾਅਦ ਬੰਗਲਾਦੇਸ਼ ਦਾ ਸੁਤੰਤਰ ਰਾਜ ਬਣ ਗਿਆ ਸੀ। ਸੋ ਇਤਿਹਾਸ ਤੋਂ ਜੁੜੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।